Ministry of External Affairs data shows that in the first 6 months of 2022, as many as 64,677 Indians going abroad for education USA गए और उस तो बाद कनेडा 60,258 स्टूडेंट आया पहले 6 महीने 2022 ਦੇ इस सारे च इंटरनेशनल स्टूडेंट्स ਜਿਹੜੇ ਨੇ ਉਹ ਆਲਮੋਸਟ 15.3 ਬਿਲੀਅਨ ਜਿਹੜੇ ਨੇ ਉਹ ਕੈਨੇਡੀਅਨ ਇਕਨੋਮੀ ਚ ਦਿੰਦੇ ਨੇ। Some Indian students in Canada are accusing the country of using them as a cheap source of labor and discarding them once they are no longer needed, a media report। उन्होंने कहा जी कनेडा ਦੇ ਇੰਡੀਅਨ ਸਟੂਡੈਂਟਸ ਨੇ ਇਲਜ਼ਾਮ ਲਾਇਆ ਕਿ ਸਾਨੂੰ ਇਹ ਚੀਪ ਲੇਬਰ ਦੇ ਤੌਰ ਤੇ ਇਸਤੇਮਾਲ ਕਰਕੇ ਸਾਨੂੰ ਜਿਹੜਾ ਉਹ ਡੰਪ ਕਰ ਰਹੇ। ਜਦੋਂ ਉਹ ਸਟੂਡੈਂਟ ਵੀਜ਼ਾ ਦਿੰਦੇ ਨੇ ਕਿ ਉਹਦੇ 'ਚ ਜਿਹੜਾ ਐਗਰੀਮੈਂਟ 'ਚ ਲਿਖਿਆ ਹੁੰਦਾ ਐਡਮਿਸ਼ਨ ਦੇਣ ਵੇਲੇ ਕਿ ਜੀ ਤੁਹਾਨੂੰ ਪੜ੍ਹਨ ਤੋਂ ਬਾਅਦ ਜਾਂ ਤੁਸੀਂ ਭਾਵੇਂ ਪੜ੍ਹਾਈ ਨਾ ਵੀ ਕਰੋ ਜਿਹੜਾ ਉਹ ਅਸੀਂ ਤੁਹਾਨੂੰ ਕੈਨੇਡੀਅਨ PR ਦੇਵਾਂਗੇ। ਇਸ ਵੇਲੇ ਇੰਡੀਆ ਡਿਫੀਟਿਸਟ ਹੈ ਇਸ ਮੁੱਦੇ ਤੇ, ਬਲੇਮ ਗੇਮ ਖੇਡ ਰਿਹਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵੱਲੋਂ ਖਾਲਸਾ ਰੈਫਰੈਂਡਮ ਦੇ ਮੁੱਦੇ ਤੇ ਭਾਰਤ ਨੂੰ ਕੋਈ ਘਾਹ ਨਹੀਂ ਪਾਇਆ ਗਿਆ। ਸੱਤੇ ਹੋਏ ਭਾਰਤ ਨੇ ਹੁਣ ਕੈਨੇਡਾ ਤੇ ਇੱਕ ਰਿਪੋਰਟ ਦੀ ਆੜ ਵਿੱਚ ਇਲਜ਼ਾਮ ਲਗਾਇਆ ਹੈ ਕਿ ਕੈਨੇਡਾ ਸਸਤੀ ਮਜ਼ਦੂਰੀ ਲਈ ਭਾਰਤੀ ਵਿਦਿਆਰਥੀਆਂ ਨੂੰ ਐਕਸਪਲੋਇਟ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਖਾਣ ਤਾਂ ਕਈ ਦਿੱਤੇ ਜਾ ਸਕਦੇ ਨੇ, ਵੈਸੇ ਤਾਂ ਨਜ਼ਰ ਇਹ ਆ ਰਿਹਾ ਕਿ ਭਾਰਤ ਉਹਨਾਂ ਦੀ ਫੋਰਨ ਮਿਨਿਸਟਰੀ ਹੋਏ, ਉਹਨਾਂ ਦੇ ਨੀਤੀ ਘਾੜੇ ਹੋਣ, ਉਹਨਾਂ ਦੇ ਕੈਨੇਡਾ ਵਿਚਲੇ ਹਾਈ ਕਮਿਸ਼ਨਰ ਕੌਂਸੂਲੇਟ ਹੋਣ ਜਾਂ ਉਹਨਾਂ ਦਾ ਗੋਦੀ ਮੀਡੀਆ ਹੋਏ, ਡਿਫੀਟਿਸਟ ਇੰਡੀਆ। ਕਿਉਂਕਿ ਜਦੋਂ ਤੁਹਾਡੀ ਕੋਈ ਗੱਲ ਮੰਨੀ ਨਾ ਜਾਏ, ਹੁਣ ਤੱਕ ਤਾਂ ਇਹ ਸੀ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਵੜ ਕੇ ਏਅਰ ਇੰਡੀਆ ਵਰਗਾ ਹਾਦਸਾ ਜੂਨ 1985 ਦੇ ਵਿੱਚ ਕਰਵਾਇਆ, 329 ਬੇਗੁਨਾਹ ਲੋਕ ਮਾਰੇ ਗਏ, ਸਾਰੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਲਿਆ ਕੇ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦੀ। ਲੇਕਿਨ ਉਸ ਦਾ ਜਵਾਬ ਜਦੋਂ ਹੁਣ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਜਿਹੜਾ ਟੋਟਲੀ ਬੈਲਟ ਦੀ ਗੱਲ ਕਰਦਾ, ਬੁਲਟ ਦੀ ਗੱਲ ਨਹੀਂ ਕਰਦਾ, ਕਿਉਂਕਿ ਉਸ ਪੀਰੀਅਡ 'ਚ ਤਾਂ ਉਹਨਾਂ ਦੇ ਕੋਲ ਪੰਜਾਬ ਦੇ ਵਿੱਚ ਜ਼ਾਹਰ ਹੈ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਇੰਡੀਵਿਜੂਅਲ ਆਪਣਾ ਡਿਫੈਂਡ ਕਰਨ ਦੀ ਜਿਹੜੀ ਹੈ ਉਹ ਲੜਾਈ ਸ਼ੁਰੂ ਹੋ ਚੁੱਕੀ ਸੀ। ਜਿਹੜਾ ਖਾੜਕੂ ਸੰਘਰਸ਼ ਸੀ ਜੋ ਉਸੇ ਹੀ ਹਥਿਆਰ ਨਾਲ ਜੋ ਸਰਕਾਰ ਦਾ ਸੀ, ਕਿਉਂਕਿ ਤੁਹਾਡੇ ਕੋਲ ਕੋਈ ਚਾਰਾ ਹੀ ਨਹੀਂ ਹੁੰਦਾ ਜਦੋਂ ਸਟੇਟ ਟੈਰਰਿਜ਼ਮ ਤੇ ਉਤਰ ਜਾਏ ਤੇ ਆਪਣੇ ਹੱਕਾਂ ਦੇ ਲਈ ਤਾਂ ਤੁਸੀਂ ਖਲੋਂਦੇ ਹੋ। ਬਿਲਕੁਲ। ਸੋ ਉਹਨਾਂ ਦੇ ਪਾਲਿਸੀ ਘਾੜਿਆਂ ਨੇ ਉਸ ਨੂੰ ਹੀ ਐਜ਼ ਏ ਵੈਪਨ ਇਸਤੇਮਾਲ ਕਰਕੇ ਏਅਰ ਇੰਡੀਆ ਦਾ ਹਾਦਸਾ ਕਰਵਾ ਕੇ ਸਮੁੱਚੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤੀ। ਸਿੱਖ ਕੌਮ ਦੇ ਖਿਲਾਫ PR ਵੀ ਬਣਾ ਦਿੱਤੀ, ਜਿਹੜੀ ਕਿੰਨੇ ਸਾਲ ਜਦੋਂ ਤੱਕ ਸਿੱਖ ਐਕਵਿਟ ਨਹੀਂ ਹੋਏ ਔਰ ਉਸ ਸਾਰੇ ਦੇ ਪੀਰੀਅਡ 'ਚ ਆਲਰੇਡੀ ਮੀਡੀਆ ਟਰਾਇਲ ਚਲਾ ਦਿੱਤਾ। ਪਰ ਜਦੋਂ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ ਖਾਲਿਸਤਾਨ ਦਾ ਕਰਵਾਉਣ ਦੇ ਲਈ ਬੈਲਟ ਦਾ ਔਰ ਨੌਨ ਬਾਈਂਡਿੰਗ, ਜਿਹਦੇ 'ਚ ਕੋਈ ਇਹ ਨਹੀਂ ਹੈ ਵੀ ਕੈਨੇਡਾ ਗੌਰਮੈਂਟ ਕਰਵਾ ਰਹੀ ਹੈ ਖਾਲਿਸਤਾਨ ਦਾ ਰੈਫਰੈਂਡਮ, ਨਾ ਹੀ ਜਿਹੜਾ ਉਹਨਾਂ ਨੂੰ ਕੋਈ ਤਕਲੀਫ ਹੈ ਕਿ ਭਾਈ ਉੱਥੇ ਕੋਈ ਜਾ ਕੇ ਮਰਾਠਾ ਲੈਂਡ ਦਾ ਕਰਾ ਲੇ, ਕੋਈ ਹੋਰ ਕਰਾ ਲੇ। ਉਹ ਤਾਂ ਉਹਨਾਂ ਨੇ ਖੁਦ ਕੈਨੇਡੀਅਨ ਗੌਰਮੈਂਟ ਨੇ ਕੁਇਬੈਕ ਵਾਲਿਆਂ ਦਾ ਕਰਵਾਇਆ ਹੋਇਆ 1980 ਜਾਂ 95 'ਚ। ਇਹ ਤਾਂ ਜਿਹੜੇ ਟੁੱਟਣ ਤੋਂ ਤਾਂ ਉਹੀ ਡਰਦੇ ਨੇ ਜਿਹੜੇ ਕਮਜ਼ੋਰ ਹੁੰਦੇ ਨੇ। ਜਿਹੜੇ ਸਟਰੋਂਗ ਮੁਲਕ ਨੇ ਉਹ ਲੋਕਾਂ ਦੀ ਵਿਲ ਦੇ ਖਿਲਾਫ, ਈਵਨ UK ਵਰਗਾ ਮੁਲਕ ਜਿਹੜਾ 400 ਸਾਲ ਤੋਂ ਜਿਨ੍ਹਾਂ ਨੇ ਸਕਾਟਲੈਂਡ ਦੱਬਿਆ ਹੋਇਆ, ਪਰ ਜਦੋਂ ਵੇਲਾ ਆਇਆ, ਮੌਕਾ ਆਇਆ, ਮੰਗ ਹੋਈ, ਉਹਨਾਂ ਨੇ ਰੈਫਰੈਂਡਮ ਕਰਵਾਇਆ। ਹਾਲਾਂ ਮੈਜੋਰਟੀ ਨੇ UK ਦੇ ਨਾਲ ਰਹਿਣ ਦਾ ਫੈਸਲਾ ਕੀਤਾ, ਜਿਵੇਂ ਕਿਊਬੈਕ ਵਾਲਿਆਂ ਨੇ ਕੀਤਾ। ਕਿਉਂਕਿ ਇਹ ਵੀ ਸ਼ੋਅ ਕਰਦਾ ਹੁੰਦਾ ਹੈ ਕਿ ਭਾਈ ਜਦੋਂ ਲੋਕ ਖਲੋਂਦੇ ਨੇ ਉਹ ਫਿਰ ਆਪਣਾ ਹਾਂ ਲਾਭ ਵੀ ਦੇਖਦੇ ਨੇ। ਕਿਊਬੈਕ ਵਾਲਿਆਂ ਨੇ ਦੇਖਿਆ ਵੀ ਉਹਨਾਂ ਦਾ ਫਾਇਦਾ ਹੈ, ਉਹਨਾਂ ਦੀ ਆਈਡੈਂਟਿਟੀ ਵੀ ਆਪਣੀ ਅੱਡਰੀ ਕਾਇਮ ਹੈ, ਉਹਨਾਂ ਦਾ ਦਬਾਅ ਵੀ ਕਾਇਮ ਹੈ। ਜਦੋਂ ਮਰਜ਼ੀ ਉਹ ਫਿਰ ਰੈਫਰੈਂਡਮ ਦੀ ਤਲਵਾਰ ਕੱਢ ਲੈਂਦੇ ਨੇ ਤੇ ਮੈਕਸਿਮਮ ਸਹੂਲਤਾਂ ਲੈਂਦੇ ਨੇ। ਇਹੀ ਸਕਾਟਲੈਂਡ ਵਾਲਿਆਂ ਨੇ ਵੀ ਜਿਹੜਾ ਜਦੋਂ ਜੀ ਕਰੇਗਾ, ਹੁਣ ਫਿਰ ਉਹ ਇੱਕ ਡਿਊ ਹੈ ਉਹਨਾਂ ਦਾ, ਉਹਨਾਂ ਦੀ ਜਿਹੜੀ ਫਸਟ ਮਿਨਿਸਟਰ ਹੈ ਉਹਨੇ ਕਿਹਾ ਜੀ ਅਸੀਂ ਕਰਵਾਉਣਾ। ਲੇਕਿਨ ਇਹਨਾਂ ਦਾ ਜਿਸ ਲੈਵਲ ਦਾ ਵਰਤਾਰਾ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ
ਡਿਪਲੋਮੈਟਿਕ ਪ੍ਰੋਟੈਸਟ, ਟਰੈਵਲ ਐਡਵਾਈਜ਼ਰੀ, ਡਿਮਾਰਸ਼ੇ, ਹੁਣ ਹੋਰ ਤਾਂ ਕੁਝ ਲੱਭਿਆ ਨਹੀਂ। ਹੁਣ ਉਹ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਉਹਨਾਂ ਨੂੰ ਤਾਂ ਹੋਰ ਤਾਂ ਜ਼ੋਰ ਚੱਲਿਆ ਨਹੀਂ ਹੈ। ਹੁਣ ਅੱਜ ਤੁਸੀਂ ਇਹ ਰਿਪੋਰਟ ਦੇਖੋਗੇ ਔਰ ਇਹਨਾਂ ਦੇ ਮੀਡੀਆ ਨੇ ਪ੍ਰੋਮੀਨੈਂਟਲੀ ਖਬਰ ਲਾਈ ਹੋਈ ਹੈ, ਕੈਨੇਡਾ ਐਕਸਪਲੋਇਟਿੰਗ ਇੰਡੀਅਨ ਸਟੂਡੈਂਟਸ ਫॉर ਚੀਪ ਲੇਬਰ। ਹੁਣ ਉਹ ਕਹਿ ਰਹੇ ਨੇ ਕਿ ਜੀ ਜਿਹੜੇ ਸਟੂਡੈਂਟ ਇੱਥੇ ਆਏ ਉਹਨਾਂ ਦੇ ਅੱਗੇ ਫਿਗਰ ਦਿੱਤੀ ਹੈ ਕਿ ਜੀ ਕਿੰਨਾ ਜਿਹੜਾ ਕੈਨੇਡਾ ਨੇ 4.52 ਲੱਖ ਸਟੱਡੀ ਪਰਮਿਟ ਐਪਲੀਕੇਸ਼ਨ ਜਨਵਰੀ ਤੋਂ ਲਈਆਂ ਨੇ, ਜਿਨ੍ਹਾਂ ਦੇ ਵਿੱਚ ਬੜਾ ਵਾਧਾ ਹੋਇਆ ਔਰ ਭਾਰਤ ਦੇ ਨੰਬਰ ਵੀ ਜਿਹੜਾ ਸਟੂਡੈਂਟਸ ਦਾ ਇਹ ਦਿੱਤਾ ਹੋਇਆ ਕਿ ਜੀ ਇੰਨੇ ਜਿਹੜੇ ਨੇ ਭਾਰਤ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਡਾਟਾ ਸ਼ੋਜ਼ that in the first 6 months of 2022 as many as 64,677 Indians going abroad for education USA ਗਏ ਔਰ ਉਸ ਤੋਂ ਬਾਅਦ ਕੈਨੇਡਾ 'ਚ 60,258 ਸਟੂਡੈਂਟ ਆਇਆ ਪਹਿਲੇ 6 ਮਹੀਨਿਆਂ 'ਚ 2022 ਦੇ। ਔਰ ਇਹ ਫਿਗਰ ਕੋਟ ਕਰਕੇ ਕਹਿ ਰਹੇ ਨੇ ਕਿ ਜੀ ਇਹ 60,000 ਸਟੂਡੈਂਟ ਕੈਨੇਡਾ 'ਚ ਆਇਆ ਔਰ ਇਸ ਸਾਰੇ 'ਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਆਲਮੋਸਟ 15.3 ਬਿਲੀਅਨ ਜਿਹੜੇ ਨੇ ਉਹ ਕੈਨੇਡੀਅਨ ਇਕੋਨਮੀ 'ਚ ਦਿੰਦੇ ਨੇ ਜਿਹੜੀਆਂ ਫੀਸ ਦੂਜੇ ਤੀਜੇ। ਹੁਣ ਕੋਈ ਉਹਨਾਂ ਨੂੰ ਜ਼ਬਰਦਸਤੀ ਤਾਂ ਨਹੀਂ ਕਰਦਾ ਵੀ ਤੁਸੀਂ ਆਓ ਜਾਂ ਦਿਓ, ਪੜ੍ਹਨ ਆਉਂਦੇ ਨੇ ਜਾਂ ਦੂਜੇ। ਇਹ ਤਾਂ ਕੈਨੇਡਾ ਦੀ ਜਨਰੋਸਿਟੀ ਹੈ ਕਿ ਬਈ ਉਹਨਾਂ ਨੇ ਉਹਨਾਂ ਨੂੰ ਚਾਹੀਦੇ ਵੀ ਹੈ ਲੋਕ, ਲੇਕਿਨ ਉਹਨਾਂ ਨੇ ਉਹ ਸਿਸਟਮ ਰੱਖਿਆ ਹੋਇਆ ਹੈ ਕਿ ਜਿਹੜੇ ਉੱਥੇ ਪੜ੍ਹਨ ਆਉਂਦੇ ਨੇ ਜੇ ਉਹਨਾਂ ਨੂੰ ਕੋਈ ਜਿਹੜਾ ਇੰਪਲੋਇਮੈਂਟ ਆਫਰ ਕਰ ਦੇ ਤੇ ਉਹਨੂੰ PR ਦੇ ਦਿੰਦੇ ਨੇ। ਬੜੀ ਕੁਇਕ PR ਹੁੰਦੀ ਹੈ, ਵਿਦਨ ਈਅਰਸ ਫਿਰ ਸਿਟੀਜ਼ਨਸ਼ਿਪ ਆ ਜਾਂਦੀ ਹੈ, ਉਹਨਾਂ ਦਾ ਟੱਬਰ ਆ ਜਾਂਦਾ, ਉਹ PR ਵੀ ਦੇ ਰਹੇ ਨੇ। ਹੁਣ ਇੱਕ ਪਾਸੇ ਤਾਂ ਉਹਨਾਂ ਦਾ ਇਹ ਸਿਸਟਮ ਹੈ, ਪਰ ਇੰਡੀਆ ਕਿਸੇ ਬਲੂਮਬਰਗ ਦੀ ਰਿਪੋਰਟ, ਕਿਉਂਕਿ ਮੈਂ ਫੁੱਲ ਤਾਂ ਦੇਖੀ ਨਹੀਂ ਹੈ ਕੀ ਰਿਪੋਰਟ ਹੈ, ਪਰ ਉਹਦੇ 'ਚ ਉਹਦਾ ਸਹਾਰਾ ਲੈ ਕੇ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਮ ਇੰਡੀਅਨ ਸਟੂਡੈਂਟਸ ਇਨ ਕੈਨੇਡਾ ਆਰ ਅਕਿਊਜ਼ਿੰਗ ਦਾ ਕੰਟਰੀ ਆਫ ਯੂਜ਼ਿੰਗ them ਐਜ਼ a cheap source of labor and discarding them once they are no longer needed। ਇਹ ਮੀਡੀਆ ਰਿਪੋਰਟ ਉਹਨਾਂ ਨੇ ਕਿਹਾ ਜੀ ਕੈਨੇਡਾ ਦੇ ਇੰਡੀਅਨ ਸਟੂਡੈਂਟਸ ਨੇ ਇਲਜ਼ਾਮ ਲਾਇਆ ਕਿ ਸਾਨੂੰ ਇਹ ਚੀਪ ਲੇਬਰ ਦੇ ਤੌਰ ਤੇ ਇਸਤੇਮਾਲ ਕਰਕੇ ਸਾਨੂੰ ਜਿਹੜਾ ਉਹ ਡੰਪ ਕਰ ਰਹੇ ਨੇ। ਹੁਣ ਜਾਂ ਤਾਂ ਜਦੋਂ ਉਹ ਸਟੂਡੈਂਟ ਵੀਜ਼ਾ ਦਿੰਦੇ ਨੇ ਕਿ ਉਹਦੇ 'ਚ ਜਿਹੜਾ ਐਗਰੀਮੈਂਟ 'ਚ ਲਿਖਿਆ ਹੁੰਦਾ ਐਡਮਿਸ਼ਨ ਦੇਣ ਵੇਲੇ ਕਿ ਜੀ ਤੁਹਾਨੂੰ ਪੜ੍ਹਨ ਤੋਂ ਬਾਅਦ ਜਾਂ ਤੁਸੀਂ ਭਾਵੇਂ ਪੜ੍ਹਾਈ ਨਾ ਵੀ ਕਰੋ ਜਿਹੜਾ ਉਹ ਅਸੀਂ ਤੁਹਾਨੂੰ ਕੈਨੇਡੀਅਨ PR ਦੇਵਾਂਗੇ, ਪਰਮਾਨੈਂਟ ਰੈਜ਼ੀਡੈਂਟ ਤੇ ਬਿਲਕੁਲ ਨਹੀਂ ਹੁੰਦਾ। ਇਹ ਤਾਂ ਪਾਰਟ ਹੈ ਵੀ ਸਟੂਡੈਂਟ ਤਾਂ ਸਟੂਡੈਂਟ ਹੈ। ਅਮਰੀਕਾ 'ਚ ਵੀ ਜਿਹੜੇ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਨੇ। ਹਾਂ, ਜਦੋਂ ਤੁਹਾਡੀ ਪੜ੍ਹਾਈ ਮੁੱਕਦੀ ਹੈ ਇੱਥੇ 1 ਸਾਲ ਤੁਹਾਨੂੰ ਵਾਧੂ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਲੱਭੋ ਕੋਈ ਜੋਬ। ਫਿਰ ਜੇ ਤੁਹਾਨੂੰ ਕੋਈ ਕੰਪਨੀ ਜਾਂ ਕੋਈ ਫਰਮ ਤੁਹਾਨੂੰ ਸਪਾਂਸਰ ਕਰਦੀ ਹੈ ਤੇ ਉਸ ਦੇ ਲਈ ਇੱਕ ਪ੍ਰੋਸੈਸ ਹੁੰਦੀ ਹੈ ਕਿ ਭਾਈ ਤੁਸੀਂ ਲੇਬਰ ਸਰਟੀਫਿਕੇਸ਼ਨ ਕਰਦੇ ਹੋ, ਤੁਸੀਂ ਐਡਵਰਟਾਈਜ਼ ਕਰਦੇ ਹੋ ਪੋਸਟ ਨੂੰ। ਔਰ ਬਹੁਤ ਸਾਰੇ ਜਿਹੜੇ ਨੇ ਆਏ ਕੋਈ ਵਾਪਸ ਤਾਂ ਨਹੀਂ ਜਾਂਦੇ ਕਿਉਂਕਿ ਉਸ ਸਿਸਟਮ 'ਚ ਫਿੱਟ ਹੁੰਦੇ ਨੇ। ਪਰ ਹੁਣ ਕਿਉਂਕਿ ਇਸ ਵੇਲੇ ਇੰਡੀਆ ਡਿਫੀਟਿਸਟ ਹੈ ਇਸ ਮੁੱਦੇ ਤੇ, ਬਲੇਮ ਗੇਮ ਖੇਡ ਰਿਹਾ। ਉਹ ਹੁਣ ਕੈਨੇਡਾ ਨੂੰ ਬਦਨਾਮ ਕਰਨ ਲਈ ਦੇਖੋ ਜੀ ਸਟੂਡੈਂਟਸ ਨੂੰ ਐਕਸਪਲੋਇਟ ਕਰਦੇ ਨੇ। ਹੁਣ ਇਹਦਾ ਉਹ ਆਰਗੂਮੈਂਟ ਇਹ ਦੇ ਰਹੇ ਨੇ ਇਮੀਗ੍ਰੇਸ਼ਨ ਮਿਨਿਸਟਰ ਸੀਨ ਫੇਜ਼ਰ ਨੂੰ ਕੋਟ ਕਰਕੇ, ਔਰ ਅਕੋਰਡਿੰਗ ਟੂ ਰਿਪੋਰਟ PM Justin Trudeau's government introduced the permit extension move to over 500,000 international students already in Canada to potentially work more hours। ਹੁਣ 5 ਲੱਖ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਕਿਹਾ ਕਿ ਜੀ ਜਿੰਨੇ ਘੰਟੇ ਹੁਣ ਸਟੂਡੈਂਟਸ ਨੂੰ ਵੀ ਲਿਮਿਟਡ ਆਵਰਸ ਹੁੰਦੇ ਨੇ, ਸ਼ਾਇਦ 20 ਘੰਟੇ ਉਹ ਕੰਮ ਕਰ ਸਕਦਾ। ਪਰ ਟਰੂਡੋ ਨੇ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਵੀ ਲੋੜ ਹੈ, ਤੁਸੀਂ 20 ਦੀ ਬਜਾਏ 30 ਕਰ ਲਓ, ਜਿੰਨਾ ਵੀ ਉਹਨਾਂ ਨੇ ਵਧਾਇਆ। ਸੋ ਉਹਨਾਂ ਨੂੰ ਉਹ ਵਧਾਇਆ and stay for 18 months after graduation to seek employment। ਹੁਣ ਅਮਰੀਕਾ 'ਚ ਉਹ 1 ਸਾਲ ਦਾ ਪੀਰੀਅਡ ਹੁੰਦਾ ਜਿਹਦੇ 'ਚ ਤੁਸੀਂ ਨੌਕਰੀ ਲੱਭਣੀ ਹੈ। ਕੈਨੇਡਾ 'ਚ 18 ਮਹੀਨੇ ਉਹਨਾਂ ਨੇ ਦਿੱਤੇ, 1.5 ਸਾਲ ਦਿੱਤੇ। However, after more than a year, some of these permanent resident hopefuls have been left without status to work or remain in the country। ਹੁਣ ਸਟੂਡੈਂਟ ਵੀ ਨੇ ਉਹ ਐਟ ਦਾ ਸੇਮ ਟਾਈਮ, ਕਿਉਂਕਿ ਦੂਸਰੇ ਪਾਸੇ ਨੌਕਰੀ ਨਹੀਂ ਮਿਲੀ ਤਾਂ ਇਹਨਾਂ ਦੇ ਕਹਿਣ ਮੁਤਾਬਕ ਵਿਦਆਊਟ ਸਟੇਟਸ ਨੇ। ਔਰ ਉਹਦੇ 'ਚ ਹੁਣ ਇਹ ਤਾਂ ਨਹੀਂ ਆਇਆ ਕਿ ਜੀ ਉਹਨਾਂ ਨੇ ਜਿਹੜੇ ਵਿਦਆਊਟ ਸਟੇਟਸ ਹੋਏ ਉਹ ਚੁੱਕ ਕੇ ਡਿਪੋਰਟ ਕੀਤੇ, ਕੋਈ ਡਿਪੋਰਟ ਨਹੀਂ ਕੀਤਾ। ਫਿਰ ਮੌਕਾ ਦਿੰਦੇ ਨੇ ਕਿ ਭਾਈ ਤੁਸੀਂ ਜੇ ਤੁਹਾਡੇ ਕੋਲ ਇੱਕ ਸਟੂਡੈਂਟ ਮੁੱਕਿਆ ਤੁਸੀਂ ਦੂਜੀ ਕਲਾਸਿਸ ਲੈ ਸਕਦੇ ਹੋ, ਇਨ ਦਾ ਮੀਨ ਟਾਈਮ ਤੁਸੀਂ ਇੰਪਲੋਇਮੈਂਟ ਵੀ ਸੀਕ ਕਰ ਸਕਦੇ ਹੋ।
ਹੁਣ ਮਤਲਬ ਇੱਕ ਪਾਸੇ ਉਹ ਕੈਨੇਡਾ ਜਿਹੜਾ 50-60 ਹਜ਼ਾਰ ਤੋਂ ਜ਼ਿਆਦਾ ਸਟੂਡੈਂਟਸ ਜੋ ਆਲਮੋਸਟ ਸਾਰਿਆਂ ਨੂੰ ਹੀ 90-95% ਅਬਜ਼ੌਰਵ ਹੋ ਜਾਂਦੇ ਨੇ, ਜੀ ਉਹਨਾਂ ਨੂੰ ਜੌਬ ਓਪਰਚੁਨਿਟੀ ਵੀ ਦਿੰਦਾ ਹੈ। ਬਿਲਕੁਲ ਪੜ੍ਹਦਿਆਂ ਵੀ ਉਹ ਪੈਸੇ ਬਣਾ ਕੇ ਆਪਣੇ ਘਰਦਿਆਂ ਦਾ ਕਰਜ਼ ਲਾ ਰਹੇ ਹੁੰਦੇ ਨੇ, ਤੇ ਉਹਨਾਂ ਨੂੰ ਬਲੇਮ ਗੇਮ ਦੇ ਵਿੱਚ ਉਹਨਾਂ ਦਾ ਮਕਸਦ ਹੈ ਕਿ ਇਸ ਵੇਲੇ ਕੈਨੇਡਾ ਦੀ ਜਸਟਿਨ ਟਰੂਡੋ ਗਵਰਨਮੈਂਟ ਜਿਹੜੀ ਹੈ ਉਹ ਬਦਨਾਮ ਰਹੇ, ਇਹ ਦੱਸਣ ਦੇ ਲਈ ਜੀ ਐਕਸਪਲੋਇਟ ਕਰ ਰਹੇ ਨੇ। ਪਰ ਜਦੋਂ ਮੈਂ ਇਹ ਖਬਰ ਦੇਖੀ ਨਾਲ ਦੀ ਨਾਲ ਮੈਂ ਇਹ ਵੀ ਦੇਖਿਆ ਕਿ ਜੀ ਸੁਪਰੀਮ ਕੋਰਟ ਆਰਡਰ ਕਰ ਰਿਹਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਰੀਫੰਡ ਫੀ ਐਂਡ ਰਿਟਰਨ ਓਰੀਜਨਲ ਡਾਕੂਮੈਂਟਸ ਟੂ ਸਟੂਡੈਂਟਸ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਟੈਲਸ ਇੰਸਟੀਚਿਊਟਸ। ਹੁਣ ਹੁੰਦਾ ਕੀ ਹੈ ਉੱਥੇ, ਜਦੋਂ ਕੋਈ ਐਡਮਿਸ਼ਨ ਲਈ ਨਿਕਲਦਾ ਹੈ ਫਾਰਮ ਸਟੂਡੈਂਟ ਭਰਦੇ ਨੇ, ਇੱਕ 10 ਪੋਸਟਾਂ ਲਈ 10,000 ਨੇ ਅਪਲਾਈ ਕੀਤਾ, ਇਹੀ ਹਾਲ ਨੌਕਰੀਆਂ ਦਾ ਹੁੰਦਾ। ਉਹ ਜਿਨ੍ਹਾਂ ਨੂੰ ਰੱਖਦੇ ਨੇ ਜਿਹੜੇ ਬਾਕੀ ਨੇ ਉਹਨਾਂ ਦੀ ਨਾ ਫੀਸ ਔਰ ਫੀਸਾਂ ਬਹੁਤ ਰੱਖੀਆਂ ਹੋਈਆਂ ਕਿ ਵੀ ਤੁਸੀਂ ਉਹ ਫੀਸ ਤਾਂ ਜੇ ਦਾਖਲਾ ਹੋ ਜਾਏ ਫਿਰ ਤਾਂ ਵੱਖਰੀ ਗੱਲ ਹੈ। ਈਵਨ ਫਾਰਮ ਐਡਮਿਸ਼ਨ ਫੀ ਉਹ ਕਰੋੜਾਂ ਰੁਪਈਏ ਉਹਦੇ ਤੋਂ ਬਣਾਉਂਦੇ ਨੇ ਔਰ ਉਹ ਉਹਨਾਂ 'ਚੋਂ ਕੋਈ ਉਹ ਵਾਪਸ ਵੀ ਨਹੀਂ ਕਰਦੇ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਰੀਫੰਡ ਕਰੋ ਜੋ ਵੀ ਤੁਸੀਂ ਸਟੂਡੈਂਟਸ ਤੋਂ ਲੈਂਦੇ ਹੋ, ਔਰ ਜੇ ਤੁਸੀਂ ਨਹੀਂ ਕਰਦੇ ਤਾਂ ਵਾਇਓਲੇਸ਼ਨ ਆਫ ਪਾਲਿਸੀ ਹੈ। ਵੀ ਤੁਸੀਂ ਆਪਣੇ ਮੁਲਕ ਦੇ ਵਿੱਚ ਆਪਣੇ ਸਟੂਡੈਂਟਸ ਦੇ ਨਾਲ ਕੀ ਕਰ ਰਹੇ ਹੋ। ਲੇਕਿਨ ਦੂਸਰੇ ਪਾਸੇ ਜਿਹੜਾ ਹੈ ਉਹ ਕੈਨੇਡਾ ਦੀ ਜਸਟਿਨ ਟਰੂਡੋ ਗਵਰਨਮੈਂਟ ਜਿਹਨੇ ਲੱਖਾਂ ਸਟੂਡੈਂਟਸ ਨੂੰ ਇੰਪਲੋਇਮੈਂਟ ਦਿੱਤੀ ਹੈ, ਜਿਹੜੀ ਉਹਨਾਂ ਦੀ PR ਪਾਲਿਸੀ ਹੈ ਪਿਛਲੇ ਸਾਲਾਂ ਤੋਂ ਚੱਲ ਰਹੀ ਹੈ, ਔਰ ਉਹਦੇ 'ਚ ਓਪਰਚੁਨਿਟੀਜ਼ ਵੀ ਨੇ। ਔਰ ਇਹੀ ਕਾਰਨ ਹੈ ਕਿ ਵੱਡੀ ਹੁਣ ਪੰਜਾਬ ਵਰਗੀ ਥਾਂ ਤੇ ਜਿੱਥੇ ਤੁਸੀਂ ਨਾ ਕੋਈ ਫੈਕਟਰੀ ਲਾਈ, ਡਰੱਗਸ ਲਿਆ ਕੇ ਤੁਸੀਂ ਸੁੱਟੀਆਂ, ਉੱਥੇ ਜੇ ਅੱਜ ਸਭ ਤੋਂ ਜ਼ਿਆਦਾ ਜਿਹੜੇ ਪੜ੍ਹਨ ਲਈ ਸਟੂਡੈਂਟ ਕੈਨੇਡਾ ਜਾਂ ਆਸਟ੍ਰੇਲੀਆ 'ਚ ਆ ਰਹੇ ਨੇ ਪੰਜਾਬ ਤੋਂ ਆ ਰਹੇ ਨੇ। ਹੁਣ ਇਹ ਉਹਨਾਂ ਸਟੂਡੈਂਟਸ ਦਾ ਵੀ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਤਾਂ ਆ ਕੇ ਇੱਥੇ ਖਾਲਿਸਤਾਨੀ ਬਣ ਜਾਂਦੇ ਨੇ, ਉਹ ਆ ਕੇ ਇੱਥੇ ਕੈਨੇਡਾ 'ਚ ਪ੍ਰਾਈਡ ਮਹਿਸੂਸ ਕਰਦੇ ਨੇ। ਔਰ ਕੈਨੇਡਾ 'ਚ ਉਹਨਾਂ ਦੀ ਪਾਪੂਲੇਸ਼ਨ ਵੀ, ਜਿਵੇਂ ਸਿੱਖ ਪਾਪੂਲੇਸ਼ਨ ਪਿਛਲੇ 10 ਸਾਲਾਂ ਦੇ ਵਿੱਚ ਆਲਮੋਸਟ 70% ਤੋਂ ਜ਼ਿਆਦਾ ਗਰੋ ਹੋਈ ਹੈ, ਜਿਹੜੀ ਆਉਣ ਵਾਲੀ ਸੈਂਸਸ ਤੱਕ ਪਹੁੰਚਦੇ ਆ 1.5-2 ਮਿਲੀਅਨ ਤੱਕ, ਕਿਉਂਕਿ ਜਿਹੜੇ ਆਏ ਨੇ ਉਹਨਾਂ ਵਾਪਸ ਨਹੀਂ ਜਾਣਾ, ਵਿਆਹ ਵੀ ਉਹਨਾਂ ਨੇ ਕਰਵਾਉਣੇ ਨੇ ਔਰ ਸਟੂਡੈਂਟ ਨੇ ਉਹੀ ਯੰਗ ਏਜ ਹੈ। ਸੋ ਜ਼ਾਹਿਰ ਹੈ ਕਿ ਉਹ ਇਸ ਤੋਂ ਵੀ ਘਬਰਾਏ ਹੋਏ ਨੇ। ਸੋ ਉਸ ਕਿਸਮ ਦਾ ਕਸ਼ੀਦਗੀ ਦਾ ਮਾਹੌਲ ਵੀ ਤਿਆਰ ਕਰ ਰਹੇ ਨੇ ਤਾਂ ਕਿ ਕੈਨੇਡਾ ਇੱਕ ਵੈਲਕਮਿੰਗ ਲੈਂਡ ਨਾ ਰਹੇ। ਪਰ ਮੇਰਾ ਖਿਆਲ ਹੈ ਵੀ ਇਸ ਤੋਂ ਜ਼ਿਆਦਾ ਇਹ ਉਹ ਮੂੰਹ ਚੋਂ ਝੱਗ ਸੁੱਟ ਰਹੇ ਨੇ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਦਾ ਪ੍ਰਤੀਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।